ਹਾਲੇਲੂਇਆ। ਧੰਨਵਾਦ ਪ੍ਰਭੂ ਜੀ। ਮੇਰਾ ਨਾਮ ਵਿਸ਼ਾਲਪ੍ਰੀਤ ਵਰਮਾ ਆ ਅਤੇ ਮੈਂ ਬੈਤਲਹਮ ਪੰਜਾਬੀ ਚਰਚ ਦਾ ਮੈਂਬਰ ਹਾਂ। ਅਤੇ ਰੀਸੈਂਟਲੀ ਮੇਰੇ ਜੀਵਨ 'ਚ ਇੱਕ ਬਹੁਤ ਵੱਡੀ ਗਵਾਹੀ ਹੋਈ ਹੈ, ਜਿਹੜੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਾਕਈ ਪ੍ਰਭੂ ਕਿੱਦਾਂ ਆਪਣੇ ਲੋਕਾਂ ਨੂੰ ਬਚਾ ਕੇ ਰੱਖਦਾ। ਔਰ ਇਹ ਵੀ ਦੱਸਣਾ ਚਾਹੁੰਦਾ ਕਿ ਅਕੋਰਡਿੰਗ ਟੂ ਬਾਈਬਲ ਵਰਸ ਦੱਸਦੀ ਹੈ 2 Corinthians 12:9 ਮਾਈ ਗ੍ਰੇਸ ਇਜ਼ ਆਲਵੇਜ਼ ਮੋਰ ਦੈਨ ਇਨਫ ਫॉर ਯੂ ਐਂਡ ਮਾਈ ਪਾਵਰ ਫਾਈਂਡਸ ਇਟਸ ਫੁੱਲ ਐਕਸਪ੍ਰੈਸ਼ਨ ਥਰੂ ਯੂਰ ਵੀਕਨੈਸ। ਯਾਨੀ ਕਿ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਪਰਮੇਸ਼ਵਰ ਉਦੋਂ ਸਾਡੀ ਲਾਈਫ 'ਚ ਕੰਮ ਕਰਦਾ। ਜਦੋਂ ਅਸੀਂ ਉਚਾਈਆਂ 'ਤੇ ਹੁੰਦੇ ਹਾਂ, ਜਦੋਂ ਅਸੀਂ ਸਭ ਕੁਝ ਸਾਡੇ ਕੋਲ ਹੁੰਦਾ ਹੈ ਨਾ, ਅਤੇ ਅਸੀਂ ਬੜੇ ਖੁਸ਼ ਫੀਲ ਕਰਦੇ ਹਾਂ। ਮੇ ਬੀ ਆਤਮਾ ਉਸ ਵਕਤ ਤੁਹਾਨੂੰ ਗਾਈਡ ਨਾ ਕਰੇ, ਤੁਹਾਡੇ ਨਾਲ ਗੱਲਬਾਤ ਨਾ ਕਰੇ, ਪਰ ਜਿੱਦਾਂ ਪੌਲ ਦੱਸਦਾ ਕਿ ਜਦੋਂ ਮੈਂ ਵੀਕ ਹੁੰਦਾ ਅਤੇ ਪਰਮੇਸ਼ਵਰ ਦੀ ਸਾਮਰਥ ਮੇਰੇ ਉੱਪਰ ਉਤਰਦੀ ਆ। ਇਹ ਬਿਲਕੁਲ ਇਹੀ ਵਚਨ ਮੇਰੇ ਜੀਵਨ 'ਚ ਪੂਰਾ ਹੋਇਆ, ਕਿਉਂਕਿ ਪਿਛਲੇ ਦਿਨਾਂ 'ਚ ਮੈਂ ਇੱਕ ਇਹੋ ਜਿਹੀ ਮੋੜ 'ਤੇ ਸੀ ਜਿਹਦੇ 'ਚ ਮੇਰੇ ਆਪਣੀ ਲਾਈਫ ਦੇ ਵਿੱਚ ਮੈਨੂੰ ਲੱਗਾ ਕਿ ਮੈਂ ਵੀਕ ਹਾਂ। ਮੈਂ ਫੀਲ ਕੀਤਾ ਮੈਂ ਆਤਮਾ 'ਚ ਕਿ ਮੈਂ ਵੀਕ ਹੋ ਗਿਆ, ਅਤੇ ਪ੍ਰਭੂ ਨੇ ਮੈਨੂੰ ਸੰਭਾਲਿਆ ਔਰ ਬਹੁਤ ਜ਼ਬਰਦਸਤ ਤਰੀਕੇ ਨਾਲ ਮੇਰੇ ਜੀਵਨ 'ਚ ਕੰਮ ਕੀਤਾ। ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦਾ। ਲਾਸਟ ਵੀਕ ਮੈਂ ਆਪਣੇ ਕੰਮ 'ਤੇ ਗਿਆ। ਮੈਂ ਮੈਨਹੈਟਨ ਦੇ ਵਿੱਚ ਊਬਰ ਚਲਾਉਂਦਾ ਹੈਗਾ, ਊਬਰ ਲਿਫਟ, ਅਤੇ ਮੈਂ ਕੰਮ 'ਤੇ ਸੀਗਾ ਅਤੇ ਉੱਥੇ ਮੈਨੂੰ ਇੱਕ ਕਸਟਮਰ ਮਿਲਿਆ ਜਿਹਨੇ ਕਿ ਸਿਰਫ 2 ਬਲਾਕ ਜਾਣਾ ਸੀ। 3 ਬੰਦੇ ਸੀ, ਅਫਰੀਕਨ ਬੰਦੇ ਸੀ, ਸਿਰਫ 2 ਬਲਾਕ ਜਾਣਾ ਸੀ ਉਹਨਾਂ ਨੇ। ਅਤੇ ਮੇਰੀ ਗੱਡੀ ਉਹਨਾਂ ਨੇ ਸਭ ਤੋਂ ਬਲੈਕ ਹਾਈ ਔਡਰ ਕੀਤੀ ਉਹਨਾਂ ਨੇ। ਮੈਨੂੰ ਅੱਛਾ ਨਹੀਂ ਲੱਗਾ ਆਤਮਾ ਦੇ ਵਿੱਚ, ਮੈਨੂੰ ਲੱਗਾ ਕੁਛ ਰੋਂਗ ਆ। ਬਟ ਜਦੋਂ ਮੈਂ ਪਹਿਲਾਂ ਦੇਖਿਆ ਕਿ ਸਿਰਫ 2 ਬਲਾਕ ਜਾਣਾ, ਮੈਂ ਕਿਹਾ ਚਲੋ ਇਟਸ ਓਕੇ, ਲੈਟ ਮੀ ਡੂ ਇਟ। ਅਤੇ ਮੈਂ ਬਿਠਾਇਆ ਉਹਨਾਂ ਨੂੰ। ਆਈ ਥਿੰਕ ਮੈਂ 3 ਮਿੰਟ ਦੇ ਵਿੱਚ ਜੋਬ ਫਿਨਿਸ਼ ਕੀਤੀ ਹੈ। ਉਸ ਤੋਂ ਬਾਅਦ ਉਹ ਉਤਰ ਗਏ, ਕੁਛ ਨਹੀਂ ਹੋਇਆ। ਜਦੋਂ ਮੈਂ ਮੁੜ ਕੇ ਦੇਖਿਆ ਤਾਂ ਥੋੜ੍ਹੇ ਮੈਨੂੰ ਲੱਗਿਆ ਕਿ ਉਹ ਕਨਫਿਊਜ਼ ਜੇ ਸੀਗੇ ਅਤੇ ਉਹਨਾਂ ਨੂੰ ਕੁਛ ਸਮਝ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ, ਅਤੇ ਉਤਰ ਕੇ ਚਲੇ ਗਏ। ਉਸ ਤੋਂ ਬਾਅਦ ਥੋੜ੍ਹੀ ਅੱਧੇ ਘੰਟੇ ਬਾਅਦ ਦੇ ਟਾਈਮ ਦੇ ਬਾਅਦ ਮੈਂ ਦੇਖਿਆ ਕਿ ਮੇਰੀ ਗੱਡੀ ਦੇ ਵਿੱਚ ਇੱਕ ਬੈਗ ਛੱਡ ਗਏ ਨੇ ਉਹ। ਓਕੇ, ਅਤੇ ਮੈਂ ਕਾਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ, ਊਬਰ ਨੂੰ ਈਮੇਲ ਕੀਤੀ ਕਿ ਇੱਕ ਬੈਗ ਰਹਿ ਗਿਆ ਗੱਡੀ ਦੇ ਵਿੱਚ, ਅਤੇ ਉਹਨਾਂ ਦੀ ਕੋਈ ਰਿਪਲਾਈ ਨਹੀਂ ਆਈ। ਈਵਨ ਉਹਨਾਂ ਦਾ ਫੋਨ ਵੀ ਇਟਸ ਲਾਈਕ ਅ ਬਲੈਕ ਲਿਸਟਡ ਫੋਨ, ਕੋਈ ਫੋਨ ਨਹੀਂ ਲੱਗ ਰਿਹਾ ਸੀ ਉਹਨਾਂ ਨੂੰ। ਅਤੇ ਫਿਰ ਮੈਂ ਸੋਚਿਆ, ਮੈਂ ਕਿਹਾ ਮੈਂ ਇਹਦਾ ਕੀ ਕਰਾਂ। ਮੇਰੇ ਦਿਮਾਗ 'ਚ ਆਇਆ ਚੱਲ ਬੈਗ ਆ, ਮੈਂ ਸੁੱਟ ਦੇਣਾ ਕਿਤੇ, ਮੈਨੂੰ ਕੀ ਲੋੜ ਹੈ ਨਾ। ਅਤੇ ਮੈਂ ਬੈਗ ਚੱਕਿਆ, ਉਹਦੇ ਵਿੱਚ ਮੈਨੂੰ ਗੰਦੀ ਸਮੈਲ ਆਈ। ਮੈਨੂੰ ਲੱਗਾ ਇਹਦੇ ਵਿੱਚ ਸ਼ਾਇਦ ਕੁਛ ਗਲਤ ਚੀਜ਼ ਆ, ਮੇ ਬੀ ਸਮਥਿੰਗ, ਕੁਛ ਡਰੱਗਸ ਆ, ਕੁਛ ਹੋਰ ਚੀਜ਼ ਆ। ਮੈਨੂੰ ਇਹ ਸੁੱਟਣਾ ਨਹੀਂ ਚਾਹੀਦਾ ਕਿਤੇ ਵੀ, ਮੇਰੇ ਗੱਡੀ ਦਾ ਨੰਬਰ ਨੋਟ ਕਰਕੇ ਮੇਰੇ ਉੱਪਰ ਨਾਮ ਨਾ ਆਵੇ। ਸੋ ਮੈਂ ਕੀ ਕੀਤਾ, ਮੈਂ ਪ੍ਰੇਅਰ ਕੀਤੀ ਸਭ ਤੋਂ ਪਹਿਲਾਂ ਉੱਤਰ ਕੇ, ਪ੍ਰਭੂ ਮੈਨੂੰ ਸਹੀ ਰਸਤਾ ਦਿਖਾ, ਮੈਂ ਇਹਨੂੰ ਇਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਾਂ। ਸੋ ਇਸੇ ਦੌਰਾਨ ਮੇਰੀ ਵਾਈਫ ਦਾ ਫੋਨ ਆਇਆ ਵੀ ਤੁਸੀਂ ਕੀ ਕਰ ਰਹੇ ਹੋ। ਮੈਂ ਦੱਸਿਆ, ਮੈਂ ਕਿਹਾ ਮੈਨੂੰ ਇੱਕ ਬੈਗ ਮਿਲਿਆ ਗੱਡੀ ਦੇ ਵਿੱਚ, ਅਤੇ ਉਹਨਾਂ ਨੇ ਕਿਹਾ ਕਿ ਇੱਦਾਂ ਕਰੋ ਤੁਸੀਂ ਇੱਕ ਵਾਰੀ ਬੈਗ ਨੂੰ ਖੋਲ੍ਹ ਲਓ, ਕਿਉਂਕਿ ਤੁਸੀਂ ਲਾਇਬਲ ਹੋ ਗਏ ਇਸ ਚੀਜ਼ ਦੇ, ਦੇਖੋ ਕੀ ਆ ਉਹਦੇ ਵਿੱਚ। ਸੋ ਮੈਂ ਓਪਨ ਕੀਤਾ, ਅਤੇ ਜਿੱਦਾਂ ਮੈਂ ਓਪਨ ਕੀਤਾ ਉਹਦੇ ਵਿੱਚ ਮੈਨੂੰ ਗਨ ਦਿਖੀ, ਅਤੇ ਮੈਂ ਬਹੁਤ ਡਰ ਗਿਆ, ਕਿਉਂਕਿ ਜ਼ਿੰਦਗੀ 'ਚ ਮੈਂ ਕਦੀ ਰੀਅਲ ਲਾਈਫ ਦੇ ਵਿੱਚ ਲਾਈਕ ਰੀਅਲ ਗਨ ਨਹੀਂ ਕਦੀ ਦੇਖੀ। ਅਤੇ ਮੈਂ ਫਟਾਫਟ ਬੈਗ ਬੰਦ ਕੀਤਾ ਅਤੇ ਗੱਡੀ 'ਚ ਸੁੱਟਿਆ। ਮੈਂ ਪ੍ਰੇਅਰ ਕਰ ਰਿਹਾ ਸੀ, ਪ੍ਰਭੂ ਮੈਂ ਹੁਣ ਕੀ ਕਰਾਂ। ਅਤੇ ਆਤਮਾ ਨੇ ਮੈਨੂੰ ਗਾਈਡ ਕੀਤਾ ਕਿ ਤੂੰ ਦੁਆ ਕਰ, ਪ੍ਰਭੂ ਤੇਰੇ ਨਾਲ ਆ। ਉਸ ਵਕਤ ਕੀ ਹੋਇਆ ਕਿ ਮੇਰੇ ਵਾਈਫ ਵੀ ਉੱਥੇ ਆ ਗਏ ਸੀ ਉਸ ਟਾਈਮ 'ਤੇ। ਅਸੀਂ ਦੋਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜਾ ਕੇ ਇਹ ਬੈਗ ਪੁਲਿਸ ਨੂੰ ਦੇਵਾਂਗੇ। ਇਨ ਬਿਟਵੀਨ ਊਬਰ ਦੀ ਈਮੇਲ ਆਈ ਕਿ ਤੁਸੀਂ ਇਹ ਬੈਗ ਇਸ ਨੰਬਰ 'ਤੇ ਕਾਲ ਕਰਕੇ ਉਸ ਬੰਦੇ ਨੂੰ ਰਿਟਰਨ ਕਰ ਦਿਓ। ਮੈਂ ਕਿਹਾ ਨਹੀਂ, ਮੈਂ ਇਹ ਕੰਮ ਨਹੀਂ ਕਰਾਂਗਾ। ਹੋ ਸਕਦਾ ਕਿ ਮੇਰੇ ਥਰੂ ਉਹ ਸ਼ਾਇਦ ਕੁਛ ਸਮਾਨ ਡਿਲੀਵਰ ਕਰ ਰਹੇ ਆ ਕਿ ਮੇਰਾ ਨਾਮ ਨਾ ਆਵੇ। ਅਸੀਂ ਪੁਲਿਸ ਸਟੇਸ਼ਨ ਗਏ, ਅਸੀਂ ਇਹ ਸਮਾਨ ਵਾਪਸ ਕਰਕੇ ਆਏ ਉਹਨਾਂ ਨੂੰ। ਅਸੀਂ ਇਹ ਸਾਰਾ ਕੁਛ ਹੈਂਡਲ ਕੀਤਾ ਥਰੂ ਵਿਜ਼ਡਮ, ਗਾਈਡਨੈਸ, ਆਤਮਾ ਦੇ ਨਾਲ ਇਸ ਸਿਚੁਏਸ਼ਨ ਨੂੰ ਹੈਂਡਲ ਕੀਤਾ। ਬਟ ਉਸ ਤੋਂ ਬਾਅਦ ਜੋ ਡਰ ਮੇਰੇ ਦਿਲ 'ਚ ਬੈਠ ਗਿਆ ਕਿ ਸ਼ਾਇਦ ਉਹ ਕਿਤੇ ਗਨ ਮੈਨੂੰ ਲੁੱਟਣ ਲਈ ਆਏ ਸੀ, ਮੈਨੂੰ ਮਾਰਨ ਲਈ ਆਏ ਸੀ, ਕਿਉਂਕਿ ਅੱਜ ਕੱਲ੍ਹ ਇੰਸੀਡੈਂਟਸ ਬਹੁਤ ਹੋ ਰਹੇ ਮੈਨਹੈਟਨ ਦੇ ਵਿੱਚ। ਤੁਸੀਂ ਜਾਓ, ਇਟਸ ਨਾਟ ਸੇਫ ਟੂ ਗੋ ਦੇਅਰ, ਬਟ ਸਿਚੁਏਸ਼ਨ ਇੱਦਾਂ ਦੀ ਹੈ ਕਿ ਮੈਨੂੰ ਮਜਬੂਰੀ ਦੇ ਵਿੱਚ ਜਾਣਾ ਪੈ ਰਿਹਾ ਅੱਜ ਕੱਲ੍ਹ। ਸੋ ਮੈਂ ਗਿਆ, ਜਦੋਂ ਮੈਂ ਜਾ ਕੇ ਇੱਦਾਂ ਦਾ ਕੋਈ ਇੰਸੀਡੈਂਟ ਤੁਹਾਡੇ ਨਾਲ ਹੁੰਦਾ ਆ ਰੀਅਲ ਲਾਈਫ ਦੇ ਵਿੱਚ, ਸੋ ਤੁਸੀਂ ਉਸ ਟਾਈਮ ਤੁਸੀਂ ਸੋਚਦੇ ਨਹੀਂ ਕੀ ਹੋ ਗਿਆ, ਬਟ ਬਾਅਦ ਵਿੱਚ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਤੁਸੀਂ ਕਿਹੜੀ ਸਿਚੁਏਸ਼ਨ 'ਚੋਂ ਨਿਕਲ ਕੇ ਆਏ ਆ। ਆਈ ਵਾਜ਼ ਲਾਈਕ 2 ਦਿਨ ਮੈਂ ਬਿਲਕੁਲ ਆਤਮਾ ਦੇ ਵਿੱਚ, ਆਪਣੀ ਆਤਮਾ ਦੇ ਵਿੱਚ ਬਹੁਤ ਵੀਕ ਫੀਲ ਕਰ ਰਿਹਾ ਸੀ। ਮੇਰੇ ਬ੍ਰਦਰ ਵਿਜੇ ਹੈਗੇ, ਉਹਨਾਂ ਦੀ ਫੈਮਿਲੀ ਜਿਨ੍ਹਾਂ ਦੇ ਮੈਂ ਅੱਜ ਕੱਲ੍ਹ ਰਹਿ ਰਿਹਾ, ਉਹਨਾਂ ਨੇ ਸਾਰਿਆਂ ਨੇ, ਪਰਿਵਾਰ ਨੇ ਮੇਰੇ ਨਾਲ ਰਲ ਕੇ ਦੁਆ ਕੀਤੀ ਹੈ। ਅਸੀਂ ਲਗਾਤਾਰ ਇੱਕ ਬਾਈਬਲ ਨੂੰ ਫੋਲੋ ਅਪ ਕਰ ਰਹੇ ਹਾਂ, ਸਟੱਡੀ ਕਰ ਰਹੇ ਹਾਂ ਸਾਰੇ ਰਲ ਕੇ। ਉਸ ਰਾਤ ਅਸੀਂ ਬੈਠ ਕੇ ਇੱਕ ਦੁਆ ਕਰ ਰਹੇ ਸੀ। ਉਹਦੇ ਵਿੱਚ ਵਚਨ ਆਇਆ ਸਾਡੇ ਕੋਲ 2 Corinthians ਉਹਦੀ 12:9
ਕਿ ਮੇਰੀ ਗ੍ਰੇਸ ਤੇਰੇ ਲਈ ਸਫੀਸ਼ੀਐਂਟ ਆ ਤੇ ਮੈਂ ਉਦੋਂ ਹੀ ਆਪਣੇ ਆਪ ਨੂੰ ਜ਼ਾਹਿਰ ਕਰਦਾ ਜਦੋਂ ਤੂੰ ਕਮਜ਼ੋਰ ਹੋਣਾ। ਵਾਕਈ ਮੈਂ ਕਮਜ਼ੋਰ ਫੀਲ ਕਰ ਰਿਹਾ ਸੀ। ਤੇ ਮੈਂ ਫਿਰ ਜਾ ਕੇ ਅਸੀਂ ਸਾਰਿਆਂ ਨੇ ਇਕੱਠੇ ਦੁਆ ਕੀਤੀ। ਰਾਤ ਨੂੰ ਜਦ ਸੁੱਤਾ ਤੇ ਸੁਪਨੇ ਦੇ ਵਿੱਚ ਮੈਨੂੰ ਪ੍ਰਭੂ ਨੇ ਪੂਰੇ ਦਰਸ਼ਨ ਦਿੱਤੇ ਆ, ਪੂਰੇ ਮੈਨੂੰ ਦੱਸਿਆ ਕਿ ਮੈਂ ਤੈਨੂੰ ਕਿਸ ਤਰ੍ਹਾਂ ਬਚਾਇਆ। ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ। ਰਾਤ ਨੂੰ ਜਦ ਮੈਂ ਸੋ ਰਿਹਾ ਸੀ ਤੇ ਸੁਪਨੇ ਦੇ ਵਿੱਚ ਮੈਨੂੰ ਡੈਵਲ ਸ਼ੈਤਾਨ ਮੈਨੂੰ ਕਹਿ ਰਿਹਾ ਮੈਂ ਤੇਰੀ ਗੱਡੀ 'ਚ ਬੈਠਣਾ। ਮੈਂ ਕਿਹਾ ਮੈਂ ਤੈਨੂੰ ਆਪਣੀ ਗੱਡੀ 'ਚ ਨਹੀਂ ਬਿਠਾਉਣਾ। ਓਕੇ। ਤੇ ਕਹਿੰਦਾ ਨਹੀਂ ਮੈਂ ਤੇਰੀ ਗੱਡੀ 'ਚ ਬੈਠਣਾ। ਮੈਂ ਕਿਹਾ ਨਹੀਂ ਮੈਂ ਤੈਨੂੰ ਆਪਣੀ ਗੱਡੀ 'ਚ ਨਹੀਂ ਬਿਠਾਉਣਾ। ਮੈਨੂੰ ਕਹਿ ਰਿਹਾ ਓਕੇ ਮੇਰੇ ਨਾਲ ਗੱਲ ਕਰ ਬੈਠ ਕੇ, ਤੂੰ ਬੜਾ ਕ੍ਰਿਸਚਨ ਬੰਦਾ ਬਣਿਆ ਫਿਰਦਾ, ਮੇਰੇ ਨਾਲ ਗੱਲ ਕਰ, ਦੱਸ ਤੂੰ ਵੀ ਕਰ ਤੇ ਤੇਰੇ ਵਾਈਫ ਵੀ ਕਰੇ ਬੈਠ ਕੇ ਕਿ ਦੱਸੋ ਸਾਡੇ 'ਚ ਅਸੀਂ ਤੁਹਾਡੇ ਵਿੱਚ ਕੀ ਫ਼ਰਕ ਆ, ਤੁਸੀਂ ਕਿਉਂ ਇਹਨੂੰ ਇਸ ਰੱਬ ਨੂੰ ਮੰਨਦੇ ਹੋ, ਕਿਉਂ ਤੁਸੀਂ ਯਿਸੂ ਮਸੀਹ ਦੇ ਪਿੱਛੇ ਚੱਲਦੇ ਹੋ, ਦੱਸ ਮੈਨੂੰ। ਮੈਂ ਕਿਹਾ ਓਕੇ ਮੈਂ ਤੈਨੂੰ ਦੱਸਾਂਗਾ। ਅਸੀਂ ਬੈਠੇ ਉਹਦੇ ਨਾਲ, ਉਹ ਮੇਰਾ ਆਮੋ ਸਾਹਮਣੇ ਬੈਠ ਕੇ ਗੱਲਾਂ ਕਰ ਰਿਹਾ। ਮੈਨੂੰ ਕਹਿ ਰਿਹਾ ਦੇਖ ਕੁਛ ਅਲੱਗ ਨਹੀਂ ਆ, ਸਾਰੇ ਰਸਤੇ ਇੱਕ ਆ, ਸਭ ਕੁਛ ਇੱਕ ਆ। ਔਰ ਮੈਂ ਪਵਿੱਤਰ ਆਤਮਾ ਜੀ ਸੁਪਨੇ 'ਚ ਦੁਆ ਕਰ ਰਿਹਾ। ਪਵਿੱਤਰ ਆਤਮਾ ਮੈਨੂੰ ਦੱਸ ਮੈਨੂੰ ਕੀ ਕਹਾਂ। ਉਸ ਵਕਤ ਮੈਂ ਦੇਖਿਆ ਕਿ ਆਸਮਾਨ ਤੋਂ ਇੱਕ ਹਨੇਰੀ ਚੱਲ ਰਹੀ ਹੈ ਜੋ ਕਿਸੇ ਨੂੰ ਨਹੀਂ ਦਿਖ ਰਹੀ। ਮੈਂ ਔਰ ਮੇਰੀ ਵਾਈਫ ਬੈਠੇ ਆ, ਉਹ ਮੇਰੇ ਸਾਹਮਣੇ ਖੜਾ ਆ। ਮੈਨੂੰ ਕਹਿ ਰਿਹਾ ਤੂੰ ਗਲਤ ਰਸਤੇ 'ਤੇ ਆ। ਮੈਂ ਕਿਹਾ ਨਹੀਂ ਮੇਰਾ ਪ੍ਰਭੂ ਦਾ ਰਸਤਾ ਸਹੀ ਆ। ਕਿਉਂ ਸਹੀ ਆ? ਕਹਿੰਦਾ ਮੈਂ ਆਪਣਾ ਹੱਥ ਆਸਮਾਨ ਵੱਲ ਚੱਕ ਰਿਹਾ ਸੁਪਨੇ ਦੇ ਵਿੱਚ। ਮੈਂ ਕਹਿ ਰਿਹਾ ਕਿਉਂਕਿ ਮੇਰੇ ਪ੍ਰਭੂ ਨੇ ਮੇਰੇ ਲਈ ਜਾਨ ਦਿੱਤੀ ਆ, ਇਸ ਲਈ ਇਹ ਰਸਤਾ ਸਹੀ ਆ। ਮੇਰੇ ਪ੍ਰਭੂ ਨੇ ਆਪਣਾ ਖੂਨ ਆਪਣੇ ਲੋਕਾਂ ਦੇ ਲਈ ਦਿੱਤਾ, ਇਸ ਲਈ ਇਹ ਰਸਤਾ ਸਹੀ ਆ। ਇੰਨੀ ਗੱਲ ਕਰਦੇ ਹੀ ਇੱਕ ਤੂਫਾਨ ਮੈਂ ਆਪਣੇ ਉੱਪਰ ਆਂਦਾ ਦੇਖ ਰਿਹਾ ਨਾ ਸੁਪਨੇ ਦੇ ਵਿੱਚ। ਇੱਕ ਆਂਧੀ ਆ ਰਹੀ ਆ। ਉਸ ਆਂਧੀ ਦੇ ਵਿੱਚ ਇੱਦਾਂ ਫੀਲ ਹੋ ਰਿਹਾ ਮੈਨੂੰ ਕਿ ਮੇਰੇ ਆਸ ਪਾਸੇ ਜੋ ਵੀ ਚੀਜ਼ ਸਭ ਕੁਛ ਹਵਾ 'ਚ ਉੱਡ ਚੁੱਕੀ ਆ, ਕੋਈ ਮੇਰੇ ਅੱਗੇ ਨਹੀਂ ਆ। ਮੈਂ ਮੇਰੀ ਵਾਈਫ ਖੜੇ ਆ ਔਰ ਅਸੀਂ ਜ਼ੋਰ ਦੀ ਆਤਮਾ 'ਚ ਦੁਆ ਕਰ ਰਹੇ ਹਾਂ, ਪ੍ਰਾਰਥਨਾ ਕਰ ਰਹੇ ਹਾਂ, ਰੋ ਕੇ। ਮੈਂ ਜ਼ਿੰਦਗੀ 'ਚ ਕਦੀ ਐਕਸਪੀਰੀਅੰਸ ਨਹੀਂ ਕੀਤਾ। ਮੈਂ ਸੁਪਨੇ ਦੇ ਵਿੱਚ ਹੱਥ ਆਸਮਾਨ ਵੱਲ ਕਰਕੇ ਬੋਲ ਰਿਹਾ ਸੀ ਪ੍ਰਭੂ ਯਿਸੂ ਤੇਰੇ ਲਹੂ ਦੀ ਜੈ। ਔਰ ਵਾਕਈ ਜਦੋਂ ਮੇਰੀ ਅੱਖ ਖੁੱਲੀ 2:14 ਤੇ ਐਗਜ਼ੈਕਟਲੀ ਮੇਰੀ ਅੱਖ ਖੁੱਲੀ, ਮੇਰਾ ਹੱਥ ਆਸਮਾਨ 'ਚ ਉੱਪਰ ਹਵਾ 'ਚ ਇਸੇ ਤਰ੍ਹਾਂ ਸੀ। ਔਰ ਮੈਂ ਬਾਰ-ਬਾਰ ਇਹੀ ਬੋਲ ਰਿਹਾ ਸੀ ਯਿਸੂ ਤੇਰੇ ਲਹੂ ਦੀ ਜੈ। ਔਰ ਮੈਂ ਪਵਿੱਤਰ ਆਤਮਾ ਦੇ ਵਿੱਚ ਭਰ ਕੇ ਦੁਆ ਕਰ ਰਿਹਾ ਸੀ ਯਿਸੂ ਤੇਰੇ ਲਹੂ ਦੀ ਜੈ। ਪਵਿੱਤਰ ਆਤਮਾ ਮੈਨੂੰ ਗਾਈਡ ਕਰ ਰਿਹਾ ਸੀ, ਮੈਨੂੰ ਲੀਡ ਕਰ ਰਿਹਾ ਸੀ। ਔਰ ਮੇਰੇ ਥਰੂ ਉਹ ਵਰਡ ਜੋ ਮੈਂ ਅੱਜ ਤੱਕ ਕਦੀ ਨਹੀਂ ਬੋਲੇ, ਜੋ ਜ਼ੁਬਾਨ ਮੈਂ ਅੱਜ ਤੱਕ ਕਦੀ ਨਹੀਂ ਬੋਲੀ, ਮੈਂ ਬਾਰ-ਬਾਰ ਬੋਲ ਰਿਹਾ ਸੀ। ਜਦ ਮੇਰੀ ਵਾਈਫ ਉੱਠੀ ਆ ਉਹਨਾਂ ਨੇ ਦੇਖਿਆ ਕਿ ਇਹ ਵਾਕਈ ਇਹ ਸੁਪਨਾ ਨਹੀਂ ਹੈ, ਇਹ ਹੁਣ ਇੱਕ ਹਕੀਕਤ ਦੇ ਵਿੱਚ ਦੁਆ ਹੋ ਰਹੀ ਹੈ, ਹਕੀਕਤ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਇਹ ਵਰਸ਼ਿਪ ਕਰ ਰਿਹਾ। ਅਤੇ ਉਹ ਵੀ ਮੇਰੇ ਨਾਲ ਰੂਹ 'ਚ ਭਰ ਕੇ ਉਹਨਾਂ ਨੇ ਵੀ ਆਤਮਾ ਦੇ ਨਾਲ ਅਸੀਂ ਦੋਨਾਂ ਰਲ ਕੇ ਉਸ ਵਕਤ ਦੁਆ ਕੀਤੀ ਆ। ਅਤੇ ਉਸ ਟਾਈਮ 'ਤੇ ਮੈਨੂੰ ਫੀਲ ਹੋਇਆ ਕਿ ਇੱਕ ਵਾਰ ਟਾਈਮ ਚੱਲ ਰਿਹਾ, ਇੱਕ ਵਾਰ ਚੱਲ ਰਹੀ ਹੈ ਇਸ ਵਕਤ ਨੈਗੇਟਿਵ ਪੋਜ਼ੀਟਿਵ ਸ਼ੈਤਾਨ ਦੀ ਔਰ ਮੇਰੇ ਪਰਮੇਸ਼ਵਰ ਦੀ ਮੇਰੇ ਲਈ। ਅਸੀਂ ਉਹ ਫਾਈਟ ਆਤਮਾ ਦੇ ਵਿੱਚ ਕੀਤੀ ਆ। ਔਰ ਮੈਨੂੰ ਫੀਲ ਹੋ ਰਿਹਾ ਕਿ ਸ਼ੈਤਾਨ ਹਾਰ ਰਿਹਾ, ਉਹ ਚੀਜ਼ ਸਾਡੇ ਜੀਵਨ ਤੋਂ ਜਾ ਰਹੀ ਹੈ, ਉਹ ਨੈਗੇਟਿਵਿਟੀ, ਉਹ ਡਰ, ਉਹਦੀ ਟੈਰੀਟਰੀ ਸਾਡੇ ਲਾਈਫ 'ਚ ਖਤਮ ਹੋ ਰਹੀ, ਮੈਂ ਫੀਲ ਕੀਤਾ। ਔਰ ਅਸੀਂ ਉਸ ਰਾਤ ਉਸ ਲੜਾਈ ਦੇ ਵਿੱਚ ਅਸੀਂ ਵਿਜੇ ਰਹੇ ਹਾਂ, ਅਸੀਂ ਵਿਕਟੋਰੀਅਸ ਰਹੇ ਹਾਂ ਇਨ ਦਾ ਨੇਮ ਆਫ ਜੀਸਸ। ਕਿਉਂਕਿ ਜਿੱਤ ਤਾਂ ਹਮੇਸ਼ਾ ਸਾਡੀ ਆ, ਜਿੱਤ ਹਮੇਸ਼ਾ ਸਾਡੀ, ਕਿਉਂਕਿ ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਆਲਰੇਡੀ ਜਿੱਤੇ ਹੋਏ ਹੋ, ਜਸਟ ਤੁਸੀਂ ਡਿਕਲੇਅਰ ਕਰਨਾ। ਸੋ ਉਸ ਰਾਤ ਅਸੀਂ ਇਸ ਚੀਜ਼ ਨੂੰ ਡਿਕਲੇਅਰ ਕੀਤਾ ਥਰੂ ਹੋਲੀ ਸਪਿਰਿਟ, ਥਰੂ ਦਾ ਗਾਈਡੈਂਸ ਆਫ ਮਾਈ ਪ੍ਰੇਅਰ ਵਾਰੀਅਰਸ ਐਂਡ ਥਰੂ ਦਾ ਪਾਵਰ ਆਫ ਸਪਿਰਿਟ। ਔਰ ਆਈ ਥਿੰਕ ਮੈਂ ਐਕਸਪੀਰੀਅੰਸ ਇਹ ਤੁਹਾਨੂੰ ਕਦੀ ਐਕਸਪਲੇਨ ਕਰ ਹੀ ਨਹੀਂ ਪਾਵਾਂਗਾ, ਕਿਉਂਕਿ ਜੋ ਆਤਮਾ ਨਾਲ ਭਰਦੇ ਆ ਉਹ ਐਕਸਪੀਰੀਅੰਸ ਐਕਸਪਲੇਨ ਕਰਨ ਵਾਲਾ ਨਹੀਂ ਹੁੰਦਾ, ਜਦ ਕਿ ਉਹ ਸਿਰਫ ਮਹਿਸੂਸ ਕਰ ਸਕਦੇ, ਤੁਸੀਂ ਉਹਨੂੰ ਐਕਸਪ੍ਰੈਸ ਨਹੀਂ ਕਰ ਸਕਦੇ। ਔਰ ਜਦ ਮੇਰੇ 'ਤੇ ਆਤਮਾ ਆਇਆ, ਮੈਂ ਜ਼ੋਰ ਦੀ ਯਿਸੂ ਦੇ ਲਹੂ ਦੀ ਜੈ ਬੋਲ ਰਿਹਾ, ਪਵਿੱਤਰ ਆਤਮਾ 'ਚ ਦੁਆ ਕਰ ਰਿਹਾ ਰਾਤ ਨੂੰ। ਮੈਨੂੰ ਇੱਦਾਂ ਲੱਗ ਰਿਹਾ ਜਿਸ ਜਗ੍ਹਾ 'ਤੇ ਮੈਂ ਬੈਠਾ, ਜਿਸ ਘਰ 'ਚ ਮੈਂ ਬੈਠਾ, ਉਸ ਘਰ ਤੋਂ ਪ੍ਰਭੂ ਨੇ ਆਪਣਾ ਕੰਮ ਸ਼ੁਰੂ ਕੀਤਾ ਆ ਔਰ ਇਹ ਕੰਟੀਨਿਊ ਹੋਏਗਾ। ਔਰ ਇਸ ਜਗ੍ਹਾ ਤੋਂ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣਗੀਆਂ। ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਬ੍ਰਦਰ ਸਿਸਟਰ ਜੋ ਮੇਰੇ ਨਾਲ ਉਸ ਰਾਤ ਦੁਆ ਕਰ ਰਹੇ ਸੀ, ਮੇਰੇ ਲਈ ਦੁਆ ਕੀਤੀ ਇਹਨਾਂ ਨੇ। ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਲਿਫਟ ਕੀਤਾ ਸਪਿਰਿਟ ਦੇ ਵਿੱਚ। ਔਰ ਪ੍ਰਭੂ ਜਿਹਨੇ ਮੈਨੂੰ ਸੰਭਾਲਿਆ, ਜਿਹਨੇ ਆਪਣਾ ਵਚਨ ਦਿੱਤਾ ਕਿ ਮੇਰੀ ਦਇਆ, ਸਿਰਫ ਦਇਆ ਬਹੁਤ ਆ। ਅਤੇ ਉਹ ਵਾਕਈ ਪ੍ਰਭੂ ਨੇ ਉਸ ਵੀਕਨੈਸ ਦੇ ਵਿੱਚ ਆਪਣੇ ਆਪ ਨੂੰ ਜ਼ਾਹਿਰ ਕੀਤਾ ਅਤੇ ਮੈਨੂੰ ਸਟਰੋਂਗ ਬਣਾਇਆ। ਉਸ ਦਿਨ ਤੋਂ ਲੈ ਕੇ
ਮੈਨੂੰ ਹੁਣ ਇੱਕ ਵੀਕ ਹੋ ਗਿਆ, ਬਿਲਕੁਲ ਕੋਈ ਡਰ ਨਹੀਂ ਲੱਗ ਰਿਹਾ। ਮੈਂ ਪੂਰਾ ਸਟਰੋਂਗ ਆ ਪ੍ਰਭੂ ਦੇ ਵਿੱਚ। ਮੈਨੂੰ ਕੋਈ ਡਰ ਦਾ ਆਤਮਾ ਨਹੀਂ ਹੈ, ਕੋਈ ਭੈ ਦਾ ਆਤਮਾ ਨਹੀਂ ਮੇਰੇ ਵਿੱਚ। ਉਸ ਦਿਨ ਮੈਨੂੰ ਆਤਮਾ ਨੇ ਕਲੀਅਰਲੀ ਵਿਜ਼ਨ ਦਿਖਾਇਆ ਰਾਤ ਨੂੰ ਕਿ ਜਿਸ ਤਰ੍ਹਾਂ ਡੈਨੀਅਲ ਡੈਨ ਦੇ ਵਿੱਚ ਸੁੱਟਿਆ ਗਿਆ, ਸ਼ੇਰਾਂ ਦੀ ਗੁਫਾ 'ਚ ਸੁੱਟਿਆ ਗਿਆ ਸੀ, ਅਤੇ ਮੈਂ ਉਹਨਾਂ ਦੇ ਮੂੰਹ ਬੰਦ ਕੀਤੇ ਹੋਏ ਸੀ। ਬਿਲਕੁਲ ਇਸੇ ਤਰ੍ਹਾਂ ਜਦ ਤੂੰ ਆਪਣੀ ਗੱਡੀ 'ਚ ਬੈਠਾ ਸੀ ਨਾ, ਅਤੇ 3 ਸ਼ੇਰ ਤੇਰੀ ਗੱਡੀ 'ਚ ਆ ਕੇ ਬੈਠੇ ਸੀ, ਅਤੇ ਮੈਂ ਉਹਨਾਂ ਦੇ ਹੱਥਾਂ ਨੂੰ, ਉਹਨਾਂ ਦੇ ਮੂੰਹਾਂ ਨੂੰ, ਉਹਨਾਂ ਦੇ ਕੰਮਾਂ ਨੂੰ ਰੋਕ ਰੱਖਿਆ ਸੀ, ਅਤੇ ਉਹ ਇੰਨੇ ਕਨਫਿਊਜ਼ਡ ਹੋ ਗਏ ਸੀ ਕਿ ਆਪਣੇ ਹਥਿਆਰ ਤੇਰੀ ਗੱਡੀ 'ਚ ਛੱਡ ਕੇ ਭੱਜ ਗਏ ਸੀ। ਮੈਂ ਵਾਕਈ ਮੈਨੂੰ ਇਹ ਸਾਰਾ ਵਿਜ਼ਨ ਮੇਰੇ ਅੱਖਾਂ ਦੇ ਸਾਹਮਣੇ ਚੱਲ ਰਿਹਾ। ਪ੍ਰਭੂ ਮੇਰੇ ਨਾਲ ਗੱਲਾਂ ਕਰ ਰਿਹਾ, ਉਹ ਮੈਨੂੰ ਦੱਸ ਰਿਹਾ ਕਿ ਇੱਕ ਰੀਜ਼ਨ ਤੋਂ ਮੈਂ ਤੈਨੂੰ ਇਸ ਘਰ 'ਚ ਲੈ ਕੇ ਆਇਆ, ਇਸ ਜਗ੍ਹਾ 'ਤੇ ਲੈ ਕੇ ਆਇਆ, ਕਿਉਂਕਿ ਇਸ ਜਗ੍ਹਾ ਤੋਂ, ਇਸ ਟੈਰੀਟੋਰੀ ਦੇ ਵਿੱਚ ਮੈਂ ਆਪਣਾ ਕੰਮ ਕਰਨਾ, ਮੈਂ ਆਪਣੇ ਲੋਕਾਂ ਨੂੰ ਬਚਾਉਣਾ, ਆਪਣਾ ਇੱਕ ਗੜ੍ਹ ਬਣਾਉਣਾ ਆਪਣਾ। ਸੋ ਪ੍ਰੇਜ਼ ਗਾਡ। ਮੈਂ ਧੰਨਵਾਦ ਕਰਦਾ ਪ੍ਰਭੂ ਦਾ, ਜਿਹਨੇ ਮੈਨੂੰ ਸਟਰੋਂਗ ਬਣਾਇਆ, ਜਿਹਨੇ ਮੈਨੂੰ ਆਪਣੇ ਵਿੱਚ ਸੰਭਾਲਿਆ, ਔਰ ਜਦ ਮੈਂ ਵੀਕ ਸੀ ਤਾਂ ਮੈਨੂੰ ਇੱਕ ਆਸ਼ਾ, ਮੈਨੂੰ ਇੱਕ ਹੋਪ ਦਿੱਤੀ। ਮੈਂ ਧੰਨਵਾਦ ਕਰਦਾ। ਸਾਰੀ ਮਹਿਮਾ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਦੇਣਾ, ਪ੍ਰਭੂ ਯਿਸੂ ਮਸੀਹ ਦੇ ਨਾਂ 'ਚ। ਆਮੇਨ। ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ।